दोस्तों एक बार फिर असी सारे अपने हल्के भलੱਥ ਤੋਂ ਅਤੇ ਸਾਡੇ ਨਾਲ जो भी स्नेह करने वाले प्यार करने वाले साडे ਜਿਹੜੇ दोस्त ने पंजाब चों ਅੱਜ ਅਸੀਂ एक बार कुंडली बॉर्डर ਤੇ किसानां ਦੇ ਧਰਨੇ ਵਿੱਚ ਅਸੀਂ ਪਹੁੰਚੇ ਹੋਏ ਹਾਂ। ਇਸ ਵਕਤ ਤਕਰੀਬਨ 10:30 ਵਜੇ ਨੇ ਰਾਤ ਦੇ 9 ਦਸੰਬਰ ਦੇ और मेरे नाल साडे सत्कारयोग जिहड़े वड्डे वीर ने सरदार जसबीर सिंह जी लिट्टा ये भारतीय किसान यूनियन का ये जिथे असी बैठे हाँ तकरीबन ऑलमोस्ट सेंटर आ जिहड़ा कुंडली बॉर्डर ते पूरा विशाल धरना ट्रैक्टर ट्रालियां का 10-12 किलोमीटर का असी उत्थे पहुंचे हुए हैं और सारे किसान यूनियन के साडे सत्कारयोग भरा भी बैठे ने। तो मैं सिर्फ ये समझदा वां कि अज हर पंजाबी का नैतिक फर्ज है भावें किसी पार्टी का वा किसी वर्ग का लोग कि वह इस संघर्ष में जरूर बनता अपना योगदान पावे। योगदान फिजिकल प्रेजेंस ना भी पै सकता वा, योगदान अमदाद नाल भी पै सकता वा, योगदान मॉरल सपोर्ट ना भी पै सकता, योगदान अपनी आवाज़ नाल भी पै सकता। इस करके ये जिहड़ा संघर्ष है ये एक किस्म का पंजाब दी अणख का सवाल जिद्दां आपां कहने आ, इज्जत का सवाल है। अगर आपां इत्थों अपनियां गल्लां मना के जाने आ ਤਾਂ ਜਿਹੜਾ ਸਾਡੇ ਸੂਬੇ ਦਾ ਸੁਨਹਿਰੀ ਇਤਿਹਾਸ ਸਾਡੇ ਪੁਰਖਿਆਂ ਦਾ ਸਾਡੇ ਪੂਰਵਜਾਂ ਦਾ ਸਾਡੇ ਗੁਰੂ ਸਾਹਿਬਾਨ ਦਾ ਉਹ ਆਪਣਾ ਮੈਂ ਸਮਝਦਾ ਕਿ ਉਸ ਨੂੰ ਵੀ ਬਲ ਮਿਲੇਗਾ ਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਚੇਤੇ ਰਹੇਗਾ ਤੇ ਕੇਂਦਰ ਦੀਆਂ ਸਰਕਾਰਾਂ ਨੂੰ ਵੀ ਪਤਾ ਰਹੇਗਾ ਕਿ ਪੰਜਾਬ ਦੇ ਨਾਲ ਕੋਈ ਵੀ ਅਸੀਂ ਕੋਈ ਕੋਝੀ ਚਾਲ ਨਹੀਂ ਚੱਲ ਸਕਦੇ। ਇਹ ਸਮਝਦਾਰ ਲੋਕ ਨੇ। ਇਸ ਕਰਕੇ ਇਹ ਇੱਕ ਤਾਂ ਸਭ ਨੂੰ ਅਪੀਲ ਹੈ। ਦੂਜਾ ਮੈਂ ਸਮਝਦਾ ਕਿ ਦੂਜਾ ਪੱਖ ਇਹਦਾ ਇਹ ਆ कि मोदी ने सानू आ जो कुछ काले कानून बनाए ਉਹਦੇ ਨਾਲ ਸਾਡੀ ਕੌਮ ਨੂੰ ਇੱਕ ਵਾਰ ਜਗਾਇਆ ਵੀ ਹੈ ਬਹੁਤ ਵੱਡੇ ਪੱਧਰ ਸਾਡੇ ਸੂਬੇ ਤੇ ਸਾਡੀ ਕੌਮ ਨੂੰ ਕੁਝ ਵਿੱਚੋਂ ਐ ਲੱਗਣ ਲੱਗ ਗਿਆ ਸੀਗਾ ਕਿ ਲੋਕੀ ਆਰਾਮਪ੍ਰਸਤ ਹੋ ਗਏ ਨੇ, ਸ਼ਾਇਦ ਜ਼ਿੰਦਗੀ ਜਿਹੜੀ ਹੈਗੀ ਆ ਉਹ ਸਾਰਿਆਂ ਦੇ ਕੋਲ ਜੋ ਸੁੱਖ ਨੇ ਦੁਨਿਆਵੀ ਉਹ ਪਹੁੰਚ ਚੁੱਕੇ ਨੇ, ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਚੁੱਕੇ ਨੇ ਤੇ ਸ਼ਾਇਦ ਪੰਜਾਬ ਦੇ ਲੋਕ ਉਹ ਸੰਘਰਸ਼ ਜਿਹੜਾ ਕਿਸੇ ਵਕਤ ਸਾਡੇ ਬਜ਼ੁਰਗ ਜਿਹੜੇ ਸੀ ਮੋਰਚੇ ਲਾ ਕੇ ਜਾਂ ਉਸ ਤੋਂ ਪਹਿਲਾਂ ਸਾਡੇ ਜਿਹੜੇ ਪੁਰਖੇ ਸੀਗੇ ਉਹਨਾਂ ਨੇ ਬਹੁਤ ਸ਼ਹਾਦਤਾਂ ਦੇ ਕੇ ਦਿੱਤਾ ਵੀ ਕੀ ਇਹ ਸੰਘਰਸ਼ ਕਰ ਸਕਣਗੇ। ਪਰ ਆ ਜਿਹੜਾ ਕਿਸਾਨ ਜਥੇਬੰਦੀਆਂ ਨੇ ਅੰਦੋਲਨ ਚੱਕਿਆ ਪਹਿਲਾਂ ਪੰਜਾਬ ਦੇ ਵਿੱਚ ਬਹੁਤ ਸ਼ਾਂਤਮਈ ਢੰਗ ਨਾਲ ਤੇ ਹੁਣ ਪਿਛਲੇ 12-13 ਦਿਨ ਤੋਂ ਦਿੱਲੀ ਦੇ ਇਸ ਠੰਡ ਵਿੱਚ ਆਣ ਕੇ 400-500 ਕਿਲੋਮੀਟਰ ਆਪਣਾ ਘਰ ਛੱਡ ਕੇ ਜਿਹੜਾ ਅੰਦੋਲਨ ਸ਼ੁਰੂ ਕੀਤਾ ਇਹਨੇ ਸਾਡੀ ਕੌਮ ਵਿੱਚ ਸਾਡੇ ਸੂਬੇ ਵਿੱਚ ਨਵੀਂ ਰੂਹ ਫੂਕੀ ਹੈ। ਇਸ ਗੱਲ ਲਈ ਮੈਂ ਮੋਦੀ ਦਾ ਧੰਨਵਾਦ ਕਰਦਾ ਵਾਂ ਔਰ ਅੱਜ ਇਹ ਲੋਕ ਪੰਜਾਬ ਦੇ ਬਹਾਦਰ ਨੌਜਵਾਨ ਅਗਲੇ ਕਈ ਮਹੀਨਿਆਂ ਤੱਕ ਲੜਨ ਵਾਸਤੇ ਤਿਆਰ ਬੈਠੇ ਨੇ। ਤੁਸੀਂ ਬਾਹਰ ਨਿਕਲ ਕੇ ਜਾ ਕੇ ਦੇਖੋਗੇ ਹਰ ਟਰਾਲੀ ਦੇ ਵਿੱਚ ਲੰਬੇ ਅਰਸੇ ਵਾਸਤੇ ਰਾਸ਼ਨ ਪਿਆ ਔਰ ਇੱਥੇ ਜਿਹੜੇ ਨਹੀਂ ਵੀ ਆ ਸਕੇ ਪੰਜਾਬ ਦੇ ਲੋਕ ਉਹਨਾਂ ਨੇ ਹਰ ਮੁਮਕਿਨ ਅਮਦਾਦ ਜਿਹੜੀ ਆ ਉਹ ਭੇਜ ਕੇ ਇਸ ਮੋਰਚੇ ਨੂੰ ਹੋਰ ਬਹੁਤ ਸੰਗਠਿਤ ਤੇ ਬਹੁਤ ਮਜ਼ਬੂਤ ਕੀਤਾ। NRIs ਨੇ ਵਿਦੇਸ਼ਾਂ 'ਚ ਬੈਠੇ ਆਪਣੇ ਆਪਣੇ ਸ਼ਹਿਰ ਆਪਣੇ ਆਪਣੇ ਦੇਸ਼ਾਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਠੋਸ ਵਿਰੋਧ ਦਰਜ ਕਰਾਇਆ, ਇੰਟਰਨੈਸ਼ਨਲ ਵੌਇਸ ਬਣੇ ਨੇ। ਇੱਥੋਂ ਤੱਕ ਕਿ ਜਿਹੜੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਕਿਉਂਕਿ ਬਹੁਤ ਸਾਰੀ ਸਿੱਖ ਵਸੋਂ ਪੰਜਾਬੀ ਵਸੋਂ ਕੈਨੇਡਾ 'ਚ ਉਹਨਾਂ ਨੇ ਇਸ ਸੰਘਰਸ਼ ਦੀ ਹਮਾਇਤ ਕੀਤੀ ਹੈ। ਉਹ ਬੜੀ ਚੁੱਭੀ ਕੇਂਦਰ ਦੀ ਸਰਕਾਰ ਨੂੰ ਬਹੁਤ ਸਾਰੀਆਂ ਪਾਰਟੀਆਂ ਨੂੰ ਚੁੱਭੀ ਕਿ ਇਹ ਬਾਹਰਲੇ ਦੇਸ਼ ਦੇ ਲੀਡਰ ਸਾਡੇ ਦੇਸ਼ ਦੇ ਵਿੱਚ ਆਣ ਕੇ ਦਖਲਅੰਦਾਜ਼ੀ ਕਰਦੇ ਨੇ। ਪਰ ਉਹ ਭੁੱਲ ਗਏ ਕਿ ਜਦੋਂ ਮੋਦੀ ਵਰਗੇ ਲੋਕ ਅਮਰੀਕਾ ਵਿੱਚ ਜਾ ਕੇ ਟਰੰਪ ਦੀ ਚੋਣ ਵਿੱਚ ਨਾਰਾ ਦਿੰਦੇ ਨੇ ਕਿ ਅਬ ਕੀ ਬਾਰ ਟਰੰਪ ਸਰਕਾਰ ਤੇ ਉਹਨਾਂ ਦੀ ਜਾ ਕੇ ਮਦਦ ਕਰਦੇ ਉਸ ਨੂੰ ਵੀ ਮੁਦਾਖਲਤ ਕਹਿੰਦੇ ਨੇ। ਇਸ ਕਰਕੇ NRIs ਨੇ ਵੀ ਸਾਡੇ ਇਸ ਸਾਰੇ ਖੇਡ ਵਿੱਚ ਸਾਡੇ ਇਸ ਮੋਰਚੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਤੇ ਮੈਂ ਇਹ ਸਮਝਦਾ ਹਾਂ ਕਿ ਇਹ ਜਿਹੜੀ ਲੜਾਈ ਆ ਇਹ MSP ਦੀ ਤਾਂ ਹੈ ਹੀ ਆ, ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਨੂੰ ਵਿਡਰਾਅ ਕਰਨ ਦੀ ਤਾਂ ਹੈ ਹੀ ਹੈ, ਪਰਾਲੀ ਦੇ ਕਾਲੇ ਕਾਨੂੰਨ ਦੇ ਖਿਲਾਫ ਤਾਂ ਹੈ ਹੀ ਹੈ, ਪਰ ਕਿਤੇ ਨਾ ਕਿਤੇ ਇਹ ਆਪਣੇ ਸਭ ਦੀ ਵਕਾਰ ਦੀ ਲੜਾਈ ਹੈ ਬਹੁਤ ਜ਼ਿਆਦਾ। ਕਿਉਂਕਿ ਪਿਛਲੇ ਕਾਫੀ ਅਰਸੇ ਤੋਂ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਕੇਂਦਰ ਦੀਆਂ ਸਰਕਾਰਾਂ ਨੇ ਸਾਡੀ ਹੋਂਦ ਮਟਾਉਣ ਦੇ ਉਪਰਾਲੇ ਕੀਤੇ ਨੇ। ਇਹ ਜਿਹੜਾ ਕਾਨੂੰਨ ਬਣਾਇਆ ਗਿਆ ਇਹ ਕੋਈ ਐਵੇਂ ਰਾਹ ਜਾਂਦੇ ਤੁਰੇ ਜਾਂਦੇ ਐਵੇਂ ਨਹੀਂ ਬਣ ਗਿਆ। ਇਹ BJP ਦੀ ਸਰਕਾਰ ਨੇ ਬਕਾਇਦਾ ਤੌਰ ਤੇ ਦੋ ਕਾਰਨਾਂ ਕਰਕੇ ਬਣਾਇਆ ਵਾ। ਇੱਕ ਤਾਂ ਕਾਰਪੋਰੇਟਾਂ ਨਾਲ ਸੁਲ੍ਹਾ ਕਰਕੇ ਚੋਣ ਪ੍ਰਣਾਲੀ ਦੇ ਵਿੱਚ ਵਾਧੂ ਹਜ਼ਾਰਾਂ ਕਰੋੜਾਂ ਰੁਪਏ ਫੰਡ ਲੈਣੇ ਉਹਨਾਂ ਤੋਂ ਤੇ ਉਹਨਾਂ ਨੂੰ ਐਗਰੀਕਲਚਰ ਸੈਕਟਰ ਦੇ ਵਿੱਚ ਇੱਕ ਰਾਹ ਖੁੱਲਾ ਕੀਤਾ ਵਾ ਕਿਉਂਕਿ ਬਾਕੀ ਸਾਰੇ ਵਪਾਰਾਂ ਵਿੱਚ ਉਹ ਇਸ ਵਕਤ ਕਾਬਜ਼ ਹੋ ਚੁੱਕੇ ਨੇ, ਚਾਹੇ ਉਹ ਆਟੋਮੋਬਾਈਲ ਇੰਡਸਟਰੀ ਆ, ਚਾਹੇ ਉਹ ਹਸਪਿਟੈਲਿਟੀ ਇੰਡਸਟਰੀ ਆ, ਚਾਹੇ ਉਹ 에ਅਰਪੋਰਟਸ ਨੇ ਪ੍ਰਾਈਵੇਟਾਈਜ਼ ਹੋ ਗਏ, ਚਾਹੇ ਉਹ ਰੇਲਵੇਜ਼ ਪ੍ਰਾਈਵੇਟਾਈਜ਼ ਹੋ ਗਏ।
ਚਾਹੇ ਐਜੂਕੇਸ਼ਨ ਤੇ ਹੈਲਥ ਕੇਅਰ ਆ, ਉਹ ਸਾਰੇ ਉਹਨਾਂ ਦੇ ਕਬਜ਼ੇ 'ਚ ਆ। ਸਿਰਫ ਖੇਤੀ ਜ਼ਮੀਨ ਸੀ ਜਿਹੜੀ ਆ ਸਾਰੇ ਸਾਡੇ ਸਤਿਕਾਰਯੋਗ ਵੀਰਾਂ ਬਜ਼ੁਰਗਾਂ ਸਾਡੇ ਪੁਰਖਿਆਂ ਦੀ ਇਹ ਰਹਿ ਗਈ ਸੀ। ਇਹਦੀ ਐਕਸਪਲੋਇਟੇਸ਼ਨ ਕਰਨ ਵਾਸਤੇ ਕਾਰਪੋਰੇਟਸ ਨੂੰ ਇੱਕ ਐਂਟਰੀ ਦਿੱਤੀ ਆ, ਨੰਬਰ 1। ਨੰਬਰ 2, ਇਹ ਜਿਹੜੇ ਕਾਨੂੰਨ ਬਣਾਏ ਨੇ ਉਹਨਾਂ ਨੂੰ ਪਤਾ ਸੀਗਾ ਕਿ ਐਮਐਸਪੀ ਸਿਰਫ ਤੇ ਸਿਰਫ ਪੰਜਾਬ ਹਰਿਆਣਾ ਤੇ ਥੋੜੇ ਜਿਹੇ ਹਿੱਸੇ ਯੂਪੀ ਨੂੰ ਇਫੈਕਟ ਕਰਦੀ ਆ। ਉਹਨਾਂ ਨੇ ਇਹ ਕਾਨੂੰਨ ਮਿੱਥ ਕੇ ਬਣਾਇਆ ਵਾ। ਉਹਨਾਂ ਨੂੰ ਸੀਗਾ ਕਿ ਅਸੀਂ ਇਹ ਕਾਨੂੰਨ ਬਣਾ ਕੇ ਤੇ ਕਾਰਪੋਰੇਟਾਂ ਨੂੰ ਅੰਦਰ ਵਾੜ ਕੇ ਪੰਜਾਬ ਦੇ ਕਿਸਾਨ ਨੂੰ ਵੀ ਕੰਗਾਲ ਕਰ ਦਈਏ ਜਾਂ ਕਮਜ਼ੋਰ ਕਰ ਦਈਏ ਜਾਂ ਦਿਹਾੜੀਦਾਰ ਬਣਾ ਦਈਏ, ਜਿੱਦਾਂ ਅਸੀਂ ਕਿਸੇ ਵਕਤ ਬਿਹਾਰ ਤੇ ਛੱਤੀਸਗੜ੍ਹ ਤੇ ਝਾਰਖੰਡ ਦੇ ਕਿਸਾਨ ਨੂੰ ਆਪਣੀ ਜ਼ਮੀਨ 'ਚ ਦਿਹਾੜੀਦਾਰ ਬਣਾਤਾ। ਇਸ ਕਰਕੇ ਇਹ ਮਨਸੂਬੇ ਦੇ ਨਾਲ ਪੰਜਾਬ ਦੇ ਉੱਤੇ ਬਹੁਤ ਵੱਡਾ ਹਮਲਾ ਵਾ। ਔਰ ਕਾਰਨ ਬੜਾ ਸਿੱਧਾ ਕਿ ਉਹ ਦੇਸ਼ ਵਿੱਚ ਜਦ ਵੀ ਕੋਈ ਅੜਦਾ ਵਾ ਕੇਂਦਰ ਦੇ ਮੂਹਰੇ ਤਾਂ ਹਮੇਸ਼ਾ ਬਹਾਦਰ ਪੰਜਾਬ ਦੇ ਲੋਕ ਅੜਦੇ ਨੇ। ਐਮਰਜੈਂਸੀ ਲੱਗੀ ਸੀ ਸਾਰੇ ਦੇਸ਼ 'ਚ, ਜਿਨ੍ਹਾਂ ਲੋਕਾਂ ਨੇ ਐਮਰਜੈਂਸੀ ਦੀ ਕਾਲ ਦਿੱਤੀ ਉਹ ਮਾਫੀ ਮੰਗ ਕੇ ਬਾਹਰ ਆ ਗਏ ਸੀਗੇ, ਲੇਕਿਨ ਪੰਜਾਬ ਦੇ ਲੋਕਾਂ ਨੇ ਕੱਲੇ ਬਸ਼ਿੰਦੇ ਨੇ ਜਾ ਕੇ ਗ੍ਰਿਫਤਾਰੀਆਂ ਦੇ ਕੇ 19 ਮਹੀਨੇ ਕੈਦ ਕੱਟੀ। ਸਾਡੇ ਸਾਰੇ ਬਜ਼ੁਰਗਾਂ ਨੇ ਉਸ ਐਮਰਜੈਂਸੀ ਵਿੱਚ ਕੈਦ ਕੱਟੀ। ਇਸ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਧ ਫਾਂਸੀਆਂ ਪੰਜਾਬ ਦੇ ਬਹਾਦਰ ਨੌਜਵਾਨਾਂ ਤੇ ਲੋਕਾਂ ਦੀਆਂ ਸੀ। ਸਭ ਤੋਂ ਜ਼ਿਆਦਾ ਕਾਲੇ ਪਾਣੀ ਦੀਆਂ ਕੈਦਾਂ ਤੇ ਜੇਲ੍ਹਾਂ ਪੰਜਾਬ ਦੇ ਲੋਕਾਂ ਦੀਆਂ ਸੀਗੀਆਂ। ਪਾਕਿਸਤਾਨ ਤੋਂ ਆਪਣਾ ਉਜਾੜਾ ਕਰਾ ਕੇ ਬਣੀਆਂ ਬਣਾਈਆਂ ਜਾਇਦਾਦਾਂ ਛੱਡ ਕੇ ਪੰਜਾਬ ਨੇ ਭਾਰਤ ਦਾ ਸਾਥ ਦਿੱਤਾ। ਇੱਥੇ ਆਣ ਕੇ ਹਰੀ ਕ੍ਰਾਂਤੀ ਕਰਕੇ ਅਸੀਂ ਸਾਰੇ ਦੇਸ਼ ਨੂੰ ਆਪਣੇ ਅਨਾਜ ਦੇ ਭੰਡਾਰ ਦੇ ਵਿੱਚ ਉਸ ਦਾ ਅਨਾਜ ਦਾ ਭੰਡਾਰ ਭਰਿਆ। ਹਰੀ ਕ੍ਰਾਂਤੀ ਦਾ ਫਾਇਦਾ ਦੇਸ਼ ਨੂੰ ਦਿੱਤਾ। ਆਪਣੀ ਜ਼ਮੀਨ ਸਾਰੀ ਨੁਕਸਾਨ ਹੋਇਆ ਕਿਉਂਕਿ ਜਿਹੜਾ ਨੈਚੁਰਲ ਰਿਸੋਰਸਿਸ ਸੀ ਪੰਜਾਬ ਦੇ ਉਸ ਹਰੀ ਕ੍ਰਾਂਤੀ ਨੇ ਤਬਾਹ ਕੀਤੇ। ਅੱਜ ਤੋਂ ਪਹਿਲਾਂ ਸਾਡੀ ਜ਼ਮੀਨ, ਸਾਡੀ ਧਰਤੀ, ਸਾਡਾ ਪਾਣੀ, ਸਾਡੀ ਆਬੋ ਹਵਾ ਕਦੀ ਖਰਾਬ ਨਹੀਂ ਸੀ ਹੋਈ। ਜਿਹੜੇ ਧਾੜਵੀ ਆਉਂਦੇ ਸੀ ਮੁਗਲ ਤੇ ਅੰਗਰੇਜ਼, ਉਹ ਜਿਸਮਾਨੀ ਨੁਕਸਾਨ ਕਰਦੇ ਸੀਗੇ, ਲੇਕਿਨ ਸਾਡੀ ਜ਼ਮੀਨ ਬਚੀ ਹੋਈ ਸੀ, ਸਾਡੀ ਆਬੋ ਹਵਾ ਤੇ ਪਾਣੀ ਬਚੀ ਸੀ। ਹਰੀ ਕ੍ਰਾਂਤੀ ਨੇ ਜਿਸ ਪੱਧਰ ਤੇ ਖਾਦਾਂ ਤੇ ਕੀਟਨਾਸ਼ਕ ਦਵਾਈਆਂ ਤੇ ਕੀੜੇ ਮਾਰ ਸਪਰੇਆਂ ਅਸੀਂ ਕੀਤੀਆਂ, ਉਹ ਸਾਰਾ ਜਿਹੜਾ ਕੈਮੀਕਲਸ ਤੇ ਸਾਰੀ ਜਿਹੜੀ ਜ਼ਹਿਰ ਸੀਗੀ ਉਹ ਧਰਤੀ ਵਿੱਚ ਜਾ ਕੇ ਸਾਡਾ ਜ਼ਮੀਨੀ ਪਾਣੀ ਵੀ ਖਰਾਬ ਹੋਇਆ, ਸੋਇਲ ਵੀ ਖਰਾਬ ਹੋਈ, ਕੈਂਸਰ ਫੈਲਿਆ, ਬਿਮਾਰੀਆਂ ਫੈਲੀਆਂ। ਉਹਦਾ ਖਮਿਆਜ਼ਾ ਪੰਜਾਬ ਦੇ ਲੋਕ ਅੱਜ ਤੱਕ ਭਰ ਰਹੇ। ਤੇ ਬਜਾਏ ਕਿ ਪੰਜਾਬ ਦੇ ਲੋਕਾਂ ਨੂੰ ਇਹਨਾਂ ਸਾਰੀਆਂ ਅੱਛੀਆਂ ਗੱਲਾਂ ਵਾਸਤੇ, ਦੇਸ਼ ਦੀ ਤਰੱਕੀ ਵਾਸਤੇ ਇਹਨਾਂ ਨੂੰ ਕੋਈ ਥਾਪੜਾ ਦਈਏ, ਕੋਈ ਸ਼ਾਬਾਸ਼ ਦਈਏ, ਉਹ ਫਿਰ ਸਾਡੇ ਖਿਲਾਫ ਮਨਸੂਬੇ ਬਣਾ ਕੇ ਤੇ ਕਰ ਰਹੇ ਨੇ। ਕਿਸਾਨ ਜਥੇਬੰਦੀਆਂ ਨੂੰ 5-6 ਵਾਰੀ ਬੁਲਾ ਕੇ ਕੋਈ ਫੈਸਲਾ ਨਾ ਲੈ ਪਾਉਣਾ ਇਹ ਆਪਣੇ ਆਪ ਵਿੱਚ ਦਰਸਾਉਂਦਾ ਵਾ ਕਿ ਉਹ ਹੱਲੇ ਵੀ ਅੰਦਰੋਂ ਬੇਈਮਾਨ ਨੇ। ਪਰ ਜਿਸ ਢੰਗ ਦੇ ਨਾਲ ਅੱਜ ਅਸੀਂ ਪੰਜਾਬ ਚੋਂ ਆਏ ਆ, ਜੀਟੀ ਰੋਡ ਦੇ ਉੱਤੇ ਪੂਰੀ ਲਗਾਤਾਰ ਲਾਈਨ ਲੱਗੀ ਹੋਈ ਆ, ਟਰੈਕਟਰ ਟਰਾਲੀਆਂ ਦੇ ਉੱਤੇ, ਮੋਟਰਸਾਈਕਲਾਂ ਤੇ ਜੀਪਾਂ ਕਾਰਾਂ ਦੇ ਵਿੱਚ ਬਹੁਤ ਵੱਡੀ ਤਾਦਾਦ ਵਿੱਚ ਲੋਕ ਆਈ ਜਾਂਦੇ ਨੇ ਤੇ ਹਰ ਰੋਜ਼ ਤਕਰੀਬਨ ਅੱਧਾ ਕਿਲੋਮੀਟਰ ਤੋਂ ਲੈ ਕੇ 1 ਕਿਲੋਮੀਟਰ ਧਰਨਾ ਹਰਿਆਣੇ ਵੱਲ ਨੂੰ, ਦਿੱਲੀ ਤੋਂ ਬਾਰਡਰ ਤੋਂ ਪਰਲੇ ਪਾਸੇ ਵਧੀ ਜਾਂਦਾ। ਇਸ ਲਈ ਸਾਡੀ ਫਰਿਆਦ ਕਹਿ ਲੋ, ਅਪੀਲ ਕਹਿ ਲੋ, ਸੁਝਾਓ ਕਹਿ ਲੋ, ਕੇਂਦਰ ਸਰਕਾਰ ਨੂੰ ਇਹ ਕਾਲੇ ਕਾਨੂੰਨ ਵਾਪਸ ਲੈਣੇ ਚਾਹੀਦੇ ਨੇ। ਕਿਸਾਨਾਂ ਦੀ ਹੱਕ ਰੱਸੀ ਕਰਨੀ ਚਾਹੀਦੀ ਹੈ। 65-70% ਪਿੰਡਾਂ 'ਚ ਲੋਕ ਰਹਿਣ ਵਾਲੇ ਕਿਸਾਨ ਨੇ। ਜੇ ਤੁਸੀਂ ਕਿਸਾਨਾਂ ਨੂੰ ਪਰੇਸ਼ਾਨ ਕਰੋਗੇ, ਹਤਾਸ਼ ਕਰੋਗੇ, ਦੇਸ਼ ਕਦੀ ਸਟੇਬਲ ਨਹੀਂ ਰਹਿ ਸਕਦਾ, ਕਦੀ ਤਰੱਕੀ ਨਹੀਂ ਕਰ ਸਕਦਾ। ਇਸ ਕਰਕੇ ਇਹਨਾਂ ਦੀਆਂ ਹੱਕੀ ਗੱਲਾਂ ਮੰਨ ਕੇ, ਬਲਕਿ ਮੈਂ ਤਾਂ ਕਹੂੰਗਾ ਕਿ ਜੇ ਕੇਂਦਰ ਸਰਕਾਰ ਵਾਕਈ ਹੀ ਇਨਸਾਫ ਪਸੰਦ ਹੈ ਤੇ ਵਾਕਈ ਹੀ ਡੈਮੋਕ੍ਰੈਟਿਕ ਵੈਲਿਊਜ਼ ਵਿੱਚ ਯਕੀਨ ਰੱਖਦੀ ਆ ਤੇ ਫਿਰ ਉਹਨਾਂ ਨੂੰ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਲਾਗੂ ਕਰਨੀ ਚਾਹੀਦੀ ਹੈ। ਕਣਕ ਦਾ ਭਾਅ ਜਿਹੜਾ ਅੱਜ 1900 ਰੁਪਏ ਕੁਇੰਟਲ ਆ, ਉਹ ਸਵਾਮੀਨਾਥਨ ਕਮੇਟੀ ਰਿਪੋਰਟ ਫਾਰਮੂਲੇ ਹਿਸਾਬ ਨਾਲ 7000 ਰੁਪਏ ਕੁਇੰਟਲ ਚਾਹੀਦੀ। ਅੱਜ ਹੀ ਤੁਸੀਂ ਦੇਖੀ ਹੋਣੀ ਆ ਪੋਸਟ ਕਿ ਜਿਹੜੇ ਕਣਕ ਸਾਡੇ ਕੋਲ ਲੈ ਕੇ 1900 ਨੂੰ ਕੁਇੰਟਲ ਮਤਲਬ 19 ਰੁਪਏ ਨੂੰ ਕਿਲੋ, ਉਹ ਬਿਗ ਬਾਜ਼ਾਰ ਦੇ ਬਾਜ਼ਾਰਾਂ ਦੇ ਵਿੱਚ ਉੱਥੇ ਉਹਨਾਂ ਦੇ ਸਟਾਲਸ ਦੇ ਉੱਤੇ 46 ਰੁਪਏ ਕਿਲੋ ਵਿਕ ਰਹੀ ਆ, 4600 ਰੁਪਏ ਨੂੰ ਕੁਇੰਟਲ ਵਿਕ ਰਹੀ ਆ। ਉਹੀ ਕਣਕ ਜਿਹੜੀ ਸਾਡੇ ਕੋਲ ਲਈ ਜਾਂਦੀ ਹੈ। ਇਹੀ ਤਾਂ ਸਾਨੂੰ ਖਦਸ਼ਾ ਕਿ ਕਾਰਪੋਰੇਟ ਘਰਾਣੇ ਖੇਤੀ ਦੀ ਐਕਸਪਲੋਇਟੇਸ਼ਨ ਕਰਨ। ਔਰ ਅਖੀਰ ਵਿੱਚ ਮੈਂ ਸਮਝਦਾ ਕਿ ਇਕੱਲਾ ਇੱਥੇ ਨਹੀਂ ਰੁਕਣੀ ਚਾਹੀਦੀ। ਪੰਜਾਬ ਦੇ ਲੋਕਾਂ ਨੂੰ ਆਉਣ ਵਾਲੇ ਸਮੇਂ 'ਚ ਸਾਰੀ ਲੀਡਰਸ਼ਿਪ ਨੂੰ ਇਕੱਠੇ ਹੋ ਕੇ ਇੱਕ ਵਾਰ ਜ਼ੋਰਦਾਰ ਤਰੀਕੇ ਨਾਲ ਇਹ ਕਹਿਣਾ ਪਵੇਗਾ ਕਿ ਸਾਡਾ ਜਿਹੜਾ ਭਾਰਤ ਪਾਕਿਸਤਾਨ ਬਾਰਡਰ ਹੈ ਵਪਾਰ ਵਾਸਤੇ ਖੋਲ੍ਹਿਆ ਜਾਵੇ, ਕਿਉਂਕਿ ਜਦ ਤੱਕ ਉਹ ਬਾਰਡਰ ਨਹੀਂ ਖੁੱਲੇਗਾ ਉਦੋਂ ਤਾਈਂ ਨਾ ਇੰਡਸਟਰੀ ਸਰਵਾਈਵ ਕਰ ਸਕਦੀ ਆ, ਨਾ ਪੰਜਾਬ ਦੀ ਖੇਤੀ ਸਰਵਾਈਵ ਕਰ ਸਕਦੀ ਆ ਤੇ ਨਾ ਪੰਜਾਬ ਦਾ ਨੌਜਵਾਨ ਤਰੱਕੀ ਕਰ ਸਕਦਾ। ਫਿਰ ਉਹ ਨੌਜਵਾਨ ਦੇ ਕੋਲ ਵਿਦੇਸ਼ਾਂ ਵਿੱਚ ਜਾਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂਗਾ, ਕਿਉਂਕਿ ਪੰਜਾਬ ਲੈਂਡਲੌਕਡ ਸਟੇਟ ਹੈ, ਇਹਦੇ ਕੋਲ ਕੋਈ ਬੰਦਰਗਾਹ ਨਹੀਂ ਹੈ। ਕੁਦਰਤੀ ਸਰੋਤ ਸਿਰਫ ਪਾਣੀ ਸੀ। ਪਾਣੀ ਅਸੀਂ ਸਾਡਾ ਖੋਹ ਕੇ ਦੂਜੇ ਸੂਬਿਆਂ ਨੂੰ ਦੇ ਦਿੱਤਾ ਤੇ ਸਾਨੂੰ 14 ਲੱਖ ਟਿਊਬਵੈਲ ਤੇ ਪਾਣੀ
ਜ਼ਮੀਨ ਦੀ ਧਰਤੀ 'ਚੋਂ ਕੱਢਣ ਵਾਸਤੇ ਮਜਬੂਰ ਕਰਤਾ। ਇਸ ਲਈ ਜਿਹੜਾ ਪਾਕਿਸਤਾਨ ਦਾ ਬਾਰਡਰ ਅਗਰ ਖੁੱਲਦਾ ਵਾ ਤੇ ਇੱਕ ਸੈਂਟਰਲ ਏਸ਼ੀਆ ਦੀ ਬਹੁਤ ਵੱਡੀ ਮਾਰਕੀਟ, ਬਹੁਤ ਸਾਰੇ ਦੇਸ਼ ਨੇ ਜਿੱਥੇ ਕੁਝ ਨਹੀਂ ਹੁੰਦਾ, ਬਹੁਤ ਠੰਡੇ ਨੇ, ਇੱਕ ਬਹੁਤ ਸੈਂਕੜੇ ਕਰੋੜਾਂ ਦੀ ਆਬਾਦੀ ਨੂੰ ਇੱਥੋਂ ਪੰਜਾਬ ਦੀ ਧਰਤੀ ਫੀਡ ਕਰ ਸਕਦੀ ਆ ਔਰ ਇੰਡਸਟਰੀ ਨੂੰ ਬਹੁਤ ਫਾਇਦਾ ਹੋਵੇਗਾ ਕਿਉਂਕਿ ਇਸ ਵੇਲੇ ਇੰਡਸਟਰੀ ਵੀ ਮਾਰ ਖਾ ਰਹੀ ਆ ਕਿਉਂਕਿ ਸਾਰੇ ਪਹਾੜੀ ਸੂਬਿਆਂ ਨੂੰ ਕੇਂਦਰ ਦੀਆਂ ਸਰਕਾਰਾਂ ਨੇ ਇਹ ਸਾਰੀਆਂ ਸਹੂਲਤਾਂ ਟੈਕਸਾਂ ਵਿੱਚ ਛੋਟਾਂ ਦਿੱਤੀਆਂ ਜਿਹਦੇ ਕਰਕੇ ਪੰਜਾਬ ਦੀ ਇੰਡਸਟਰੀ ਵੀ ਫੇਲ ਹੋ ਰਹੀ ਆ। ਇਸ ਲਈ ਸਾਰੀਆਂ ਪਾਰਟੀਆਂ ਨੂੰ ਉਹਦੇ ਵਾਸਤੇ ਵੀ ਜੂਝਣਾ ਪਵੇਗਾ ਆਉਣ ਵਾਲੇ ਸਮੇਂ 'ਚ, ਵਰਨਾ ਪੰਜਾਬ ਦੀ ਖੇਤੀ ਦੇ ਕੋਲ ਅੱਗੇ ਕਰਜ਼ਾ ਹੋਰ ਵਧੇਗਾ। ਪਹਿਲਾਂ ਹੀ 1 ਲੱਖ ਕਰੋੜ ਦੇ ਕਰਜ਼ੇ ਨੇ ਔਰ ਆਤਮ ਹੱਤਿਆ ਹੋ ਰਹੀਆਂ। ਇਸ ਸੰਘਰਸ਼ ਵਿੱਚ 7 ਕਿਸਾਨਾਂ ਦੀ ਜਾਨ ਜਾ ਚੁੱਕੀ ਆ ਅੱਜ ਤੱਕ, ਤੇ ਜੇ ਕੇਂਦਰ ਸਰਕਾਰ ਹੱਲੇ ਵੀ ਨਹੀਂ ਜਾਗਦੀ ਉੱਠਦੀ ਤਾਂ ਫਿਰ ਮੈਂ ਸਮਝਦਾ ਲਾਹਨਤ ਹੈ ਇਸ ਤਰ੍ਹਾਂ ਦੀ ਸਰਕਾਰ ਨੂੰ ਔਰ ਇਹ ਆਉਣ ਵਾਲੇ ਸਮੇਂ 'ਚ ਸੰਕਟ ਹੋਰ ਵਧਾਉਣਗੇ। ਪੰਜਾਬ ਦੇ ਵਿੱਚ ਜਿਹੜਾ ਅੱਜ ਤੁਸੀਂ ਦੇਖ ਰਹੇ ਹੋ ਨਾ ਇਹ ਸਾਰਾ ਸ਼ੋਰ ਮਚ ਰਿਹਾ, ਇਹ ਸਿਸਟਮ ਦੇ ਖਿਲਾਫ ਲੋਕਾਂ ਦੇ ਮਨਾਂ ਵਿੱਚ ਬਹੁਤ ਵੱਡਾ ਗਿਲਾ ਵਾ। ਇਹ ਤਾਂ ਇੱਕ ਲੋਕਾਂ ਨੂੰ ਮੌਕਾ ਮਿਲਿਆ ਵਾ, ਜਿਸ ਢੰਗ ਦੇ ਨਾਲ ਲੁੱਟਿਆ ਜਾ ਰਿਹਾ, ਕੁੱਟਿਆ ਜਾ ਰਿਹਾ, ਬੇਇਨਸਾਫੀ ਹੋ ਰਹੀ ਆ, ਕਿਸੇ ਨੂੰ ਇਨਸਾਫ ਨਹੀਂ ਮਿਲਦਾ ਔਰ ਹਰ ਚੰਗੇ ਬੰਦੇ ਦੀ ਤੋਹੀਨ ਕਰਦੀਆਂ ਸਰਕਾਰੀ ਔਰ ਜਿਹੜੇ ਦਫ਼ਤਰ ਨੇ ਸਰਕਾਰ ਦੇ ਉਹ ਐਂ ਲੱਗਦਾ ਜਿੱਦਾਂ ਭ੍ਰਿਸ਼ਟਾਚਾਰ ਦੇ ਮਨਜ਼ੂਰਸ਼ੁਦਾ ਅੱਡੇ ਬਣ ਚੁੱਕੇ ਹੁੰਦੇ ਨੇ। ਉਹ ਇਹਨਾਂ ਸਾਰੀਆਂ ਗੱਲਾਂ ਦੇ ਖਿਲਾਫ ਪੰਜਾਬ ਦੇ ਲੋਕਾਂ ਦੇ ਵਿੱਚ ਬਹੁਤ ਵੱਡਾ ਗਿਲਾ ਵਾ। ਨੌਜਵਾਨਾਂ ਨੂੰ ਆਪਣਾ ਭਵਿੱਖ ਕੋਈ ਨਹੀਂ ਦਿਸਦਾ। ਨੌਜਵਾਨਾਂ ਦੇ ਤੇ ਕਿਸਾਨਾਂ ਦੇ ਮੂੰਹ 'ਚੋਂ ਬੁਰਕੀਆਂ ਖੋਹ ਕੇ ਅਗਰ ਭਾਰਤ ਸਮਝਦਾ ਕਿ ਅਸੀਂ ਦੇਸ਼ ਆਪਣਾ ਅੱਗੇ ਲੈ ਕੇ ਜਾਵਾਂਗੇ, ਮੈਂ ਨਹੀਂ ਮੰਨਦਾ ਕਿ ਕਦੀ ਅੱਗੇ ਜਾਵੇਗਾ। ਇਸ ਲਈ ਜਿੰਨੀ ਛੇਤੀ ਹੋ ਸਕਦਾ ਬੀਜੇਪੀ ਦੀ ਸਰਕਾਰ ਨੂੰ ਇਹ ਸਾਰੀ ਗੱਲ ਨੂੰ ਤੁਰੰਤ ਸੋਲਵ ਕਰਨਾ ਚਾਹੀਦਾ ਤੇ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨ ਕੇ ਉਹਨਾਂ ਨੂੰ ਬਾਇਜ਼ਤ ਤਰੀਕੇ ਦੇ ਨਾਲ ਉਹਨਾਂ ਨੂੰ ਪੰਜਾਬ ਦੇ ਵਿੱਚ ਵਾਪਸ ਪਰਤਣ ਦਾ ਮੌਕਾ ਦੇਣਾ ਚਾਹੀਦਾ। ਇਹਦੇ ਨਾਲ ਕਿਸੇ ਦੀ ਬੇਇੱਜ਼ਤੀ ਨਹੀਂ ਹੁੰਦੀ। ਐਵੇਂ ਲੱਗਦਾ ਹੁੰਦਾ ਕਿ ਅਸੀਂ ਕੋਈ ਗੱਲ ਮੰਨ ਲਾਂ ਕਿਸੇ ਦੀ। ਜਿਹੜੇ ਆਦਮੀ ਗਲਤੀ ਕਰਕੇ ਮਾਫੀ ਮੰਗਦੇ ਨੇ ਉਹ ਹਮੇਸ਼ਾ ਵੱਡੇ ਹੁੰਦੇ ਨੇ ਜ਼ਿੰਦਗੀ ਵਿੱਚ। ਇਸ ਲਈ ਅਸੀਂ ਉਮੀਦ ਕਰਦੇ ਹਾਂ ਕਿ ਇਹ ਮਸਲਾ ਹੱਲ ਹੋਵੇਗਾ।